ਹੈਲੋ ਸਟੂਡੈਂਟਸ, ਉਮੀਦ ਕਰਦਾ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਹੀ ਵਧੀਆ ਢੰਗ ਨਾਲ ਜਿਹੜੀ ਆਪਣੀ ਸਟੱਡੀ ਹੈ ਉਹ ਕਰ ਰਹੇ ਹੋਵੋਗੇ। ਸੋ ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਐਕਸਰਸਾਈਜ਼ 6.2। ਸੋ ਕੁਐਸਚਨ ਸਾਡਾ ਹੈ 5th। ਸੋ ਜਿਸ ਵਿੱਚ ਗਿਵਨ ਸਾਡੇ ਕੋਲ ਕੀ ਹੈ, ਦਿੱਤਾ ਹੈ ਸਾਡੇ ਕੋਲ ਕਿ ਦੋ ਸਾਈਡ ਸਾਡੇ ਕੋਲ ਜਿਹੜੀਆਂ ਕਿ ਪੈਰਲਲ ਗਿਵਨ ਦਿੱਤੀਆਂ ਗਈਆਂ ਹਨ। ਪਹਿਲਾਂ DE ਪੈਰਲਲ ਟੂ OQ। ਸੋ ਦੇਖਦੇ ਹਾਂ ਕਿ DE ਸਾਡੇ ਕੋਲ ਕਿੱਥੇ ਆ। ਦੇਖੋ ਇਹ ਹੈ ਸਾਡੀ DE। ਸੋ DE ਪੈਰਲਲ ਟੂ OQ। ਫਿਰ ਸਾਡੇ ਕੋਲ ਦਿੱਤਾ ਹੈ DF ਪੈਰਲਲ ਟੂ OR। ਸੋ DF ਜੋ ਪੈਰਲਲ ਹੈ ਜਾਂ ਸਮਾਂਤਰ ਹੈ ਸਾਡੇ ਕੋਲ OR। ਸੋ ਇਹ ਹੈ ਸਾਡੇ ਕੋਲ OR। ਸੋ ਸਿੱਧਾ ਅਸੀਂ ਕਰਨਾ ਹੈ ਟੂ ਪ੍ਰੂਵ ਜਾਂ ਦਿਖਾਉਣਾ ਹੈ, ਦੱਸਣਾ ਹੈ ਕਿ ਦੱਸੋ EF ਜਿਹੜੀ ਹੈ ਉਹ ਸਮਾਂਤਰ ਹੈ QR ਦੇ। ਸੋ ਇਹ ਹੈ ਸਾਡੀ EF। ਸੋ ਦੱਸਣਾ ਹੈ ਅਸੀਂ QR ਦੇ ਸਮਾਂਤਰ ਹੈ ਕਿ ਨਹੀਂ ਹੈ। ਸੋ ਫਿਰ ਪਹਿਲੇ ਕੁਐਸਚਨ ਦੀ ਤਰ੍ਹਾਂ ਅਸੀਂ ਆਪਣਾ ਸਭ ਤੋਂ ਪਹਿਲਾਂ ਕੁਐਸਚਨ ਦਾ ਮੇਨ ਪੁਆਇੰਟ ਵੇਖਾਂਗੇ ਕਿ ਕੁਐਸਚਨ ਨੂੰ ਅਸੀਂ ਕਿੱਥੋਂ ਸੋਲਵ ਕਰਨਾ ਹੈ। ਸੋ ਸਭ ਤੋਂ ਪਹਿਲਾਂ ਜੋ ਗਿਵਨ ਦਿੱਤਾ ਹੈ ਉਸ ਨੂੰ ਹੀ ਚੱਕਦੇ ਹਾਂ ਅਸੀਂ। ਸੋ DE ਸਮਾਂਤਰ OQ। ਸੋ ਲਿਖਦੇ ਹਾਂ ਜਦੋਂ DE ਸਮਾਂਤਰ OQ ਹੈ ਤਾਂ ਸਾਡੇ ਕੋਲ ਕੀ ਆਉਂਦਾ ਹੈ। ਸੋ ਜਿਸ ਵੀ ਸਾਈਡ ਤੇ DE ਜਾਂ OQ ਸਾਡੇ ਕੋਲ ਲਾਈਜ਼ ਕਰ ਦੇਣਾ ਸੀ, ਉਹ ਵਾਲੀ ਫਿਗਰ ਜਿਹੜੀ ਆਪਣੀ ਅਲੱਗ ਜਿਹੜੀ ਉਸ ਨੂੰ ਇਹ ਤੋਂ ਕਾਰਵਡ ਆਊਟ ਕਰ ਦਾਂਗੇ, ਬਾਹਰ ਕੱਢ ਲਾਂਗੇ। ਸੋ ਸਾਡੇ ਕੋਲ ਦੇਖੋ ਇਹ ਹੈ DE, ਇਹ ਹੈ OQ। ਸੋ ਇਹ ਵਾਲਾ ਪਾਰਟ ਜਿਹੜਾ ਅਸੀਂ ਅਲੱਗ ਲਵਾਂਗੇ। ਸੋ ਇਹ ਕਿੱਚ ਆਉਂਦਾ ਹੈ, ਇਸ ਲਈ ਤ੍ਰੈਭੁਜ POQ ਵਿੱਚ ਇਹ ਆਉਂਦਾ ਸਾਡੇ ਕੋਲ POQ ਅਤੇ ਜਿਸ ਦੇ ਵਿੱਚ ਸਾਡੇ ਕੋਲ ਇਹ ਦਿੱਤਾ ਹੋਇਆ ਹੈ D ਅਤੇ E। ਸੋ ਇਹ ਸਾਡੇ ਕੋਲ ਜਿਹੜੇ ਨੇ ਉਹ ਦੋਵੇਂ ਸਾਈਡਾਂ ਪੈਰਲਲ ਗਿਵਨ ਦਿੱਤੀਆਂ ਗਈਆਂ ਹਨ। ਸੋ ਇੱਥੇ ਸਾਡੇ ਕੋਲ ਕੀ ਆਉਂਦਾ ਹੈ, PE ਓਵਰ EQ ਇਜ਼ ਇਕੁਅਲ ਟੂ ਹੋਏਗਾ ਸਾਡੇ ਕੋਲ PD ਓਵਰ ਆ ਜਾਏਗਾ ਸਾਡੇ ਕੋਲ DO। ਸੋ ਇਹ ਸਾਡੇ ਕੋਲ ਕਿੱਥੋਂ ਆ ਜਾਏਗਾ, BPM ਬੇਸਿਕ ਪ੍ਰਪੋਰਸ਼ਨੇਟ ਥਿਊਰਮ। ਸੋ B ਫॉर ਬੇਸਿਕ ਸਾਡੇ ਕੋਲ ਆ ਗਿਆ ਮੂਲ ਸਮਾਨ ਅਨੁਪਾਤਤਾ ਥਿਊਰਮ। ਸੋ ਜਾਂ ਫਿਰ ਅਸੀਂ ਕੀ ਕਹਿੰਦੇ ਆ ਇਸ ਨੂੰ, ਥੇਲਜ਼ ਥਿਊਰਮ। ਸੋ ਧਿਆਨ ਰੱਖਣਾ ਜਦੋਂ ਵੀ ਕੁਐਸਚਨ ਦੇ ਵਿੱਚ BPM ਲਿਖਿਆ ਜਾਂਦਾ ਹੈ ਤਾਂ ਤੁਹਾਡੀ ਉਹ ਮੂਲ ਸਮਾਨ ਅਨੁਪਾਤਤਾ ਥਿਊਰਮ ਜਾਂ ਥੇਲਜ਼ ਥਿਊਰਮ ਜਿਹੜੀ ਕਿ ਹੋਵੇਗੀ। ਸੋ ਇਸ ਨੂੰ ਅਸੀਂ ਇਕੁਏਸ਼ਨ ਮੰਨਦੇ ਹਾਂ ਫਸਟ। ਸੋ ਇਸ ਤੋਂ ਬਾਅਦ ਸਾਡੇ ਕੋਲ ਹੈ ਜਦੋਂ DF ਸਮਾਂਤਰ ਹੈ OR। ਸੋ DF ਦੇਖੋ ਸਾਡੇ ਕੋਲ ਇਹ DF ਪਿਆ ਹੈ, ਇਹ OR ਹੈ। ਸੋ ਕਿਹੜੀ ਸਾਈਡ ਤੇ ਆਉਂਦਾ ਸਾਡੇ ਕੋਲ, ਇਸ ਹਿੱਸੇ ਦੇ ਵਿੱਚ ਆਉਂਦਾ ਹੈ। ਸੋ ਇਸ ਨੂੰ ਅਸੀਂ ਕਾਰਵਡ ਆਊਟ ਕਰਦੇ ਹਾਂ ਪੂਰੀ ਫਿਗਰ ਦੇ ਵਿੱਚੋਂ ਤਾਂ ਸਾਡੇ ਕੋਲ ਕੀ ਆਉਂਦਾ ਹੈ, ਇਹ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਕਿ ਬਣ ਜਾਂਦਾ ਹੈ PR ਅਤੇ ਇਹ ਪੁਆਇੰਟ ਹੈ ਸਾਡਾ O ਪੁਆਇੰਟ। ਸੋ ਇੱਥੇ ਸਾਡੇ ਕੋਲ ਦਿੱਤੀ ਗਈ ਹੈ, ਸੋਰੀ ਥੋੜਾ ਹਾਂਜੀ ਇਹ ਠੀਕ ਹੈ ਸਾਡੇ ਕੋਲ, ਹਾਂ ਇਹ ਪੁਆਇੰਟ DR। ਉਹ ਪੁਆਇੰਟ ਇੱਥੇ ਸਾਡੇ ਕੋਲ ਦਿੱਤੀ ਗਈ ਹੈ D ਅਤੇ ਇਹ ਸਾਡੇ ਕੋਲ ਦਿੱਤਾ ਗਿਆ F। ਸੋ ਇਹ ਦੋਵੇਂ ਸਾਡੇ ਕੋਲ ਜੋ ਨੇ ਸਮਾਂਤਰ ਹਨ। ਸੋ ਇਸ ਤੋਂ ਉੱਪਰ ਸਾਡੇ ਹੁਣ ਕੀ ਬਣ ਗਿਆ, ਇਸ ਦੇ ਵਿੱਚ ਤ੍ਰੈਭੁਜ POR ਵਿੱਚ PD ਓਵਰ ਆ ਗਿਆ ਸਾਡੇ ਕੋਲ DO ਬਰਾਬਰ ਆ ਜਾਏਗਾ ਸਾਡੇ ਕੋਲ PF ਓਵਰ FR। ਸੋ ਇਹ ਸਾਡੇ ਕੋਲ ਕੀ ਆ ਜਾਏਗਾ, ਬਿਕੋਜ਼ ਆਫ BPM ਬੇਸਿਕ ਪ੍ਰਪੋਰਸ਼ਨੇਟ ਥਿਊਰਮ। ਉਹ ਸੋਰੀ BPT ਬੇਸਿਕ ਪ੍ਰਪੋਰਸ਼ਨੇਟ ਥਿਊਰਮ BPT ਆਏਗਾ। ਸੋ ਇਸ ਨੂੰ ਅਸੀਂ ਮੰਨਦੇ ਹਾਂ ਇਕੁਏਸ਼ਨ 2। ਹੁਣ ਕਰਦੇ ਅਸੀਂ ਫਰੋਮ 1 ਐਂਡ 2। ਸੋ ਇਕੁਏਸ਼ਨ 1 ਅਤੇ 2 ਤੋਂ ਸਾਡੇ ਕੋਲ ਕੀ ਆਉਂਦਾ ਹੈ, ਪਹਿਲਾਂ ਇਸ ਨੂੰ ਲਿਖ ਲੈਂਦੇ ਹਾਂ PE ਓਵਰ EQ ਇਜ਼ ਇਕੁਅਲ ਟੂ PD ਓਵਰ DO। ਇਹ ਆ ਗਿਆ ਸਾਡੇ ਕੋਲ PF ਓਵਰ ਆ ਗਿਆ ਸਾਡੇ ਕੋਲ FR। ਸੋ ਤਿੰਨੋਂ ਸਾਡੇ ਕੋਲ ਬਰਾਬਰ ਆ ਜਾਂਦੇ ਹਨ, ਇਸ ਲਈ ਆ ਜਾਏਗਾ ਸਾਡੇ ਕੋਲ PE ਓਵਰ EQ ਇਜ਼ ਇਕੁਅਲ ਟੂ ਆ ਜਾਏਗਾ ਸਾਡੇ ਕੋਲ PF ਓਵਰ FR। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਸਿੱਧ ਹੁੰਦਾ ਹੈ, ਇਹ ਚੀਜ਼ ਜਿਹੜੀ ਕਿ ਸਿੱਧ ਹੁੰਦੀ ਹੈ। ਸੋ ਜਿਸ ਲਈ ਅਸੀਂ ਲਿਖਦੇ ਹਾਂ ਬਿਕੋਜ਼ ਆਫ A ਇਜ਼ ਇਕੁਅਲ ਟੂ B, B ਇਜ਼ ਇਕੁਅਲ ਟੂ C। ਸੋ ਦੇਅਰਫੋਰ A ਇਜ਼ ਇਕੁਅਲ ਟੂ C ਸਾਡੇ ਕੋਲ ਹੋਵੇਗਾ। ਹੁਣ ਧਿਆਨ ਦਿਓ ਜੋ ਅਸੀਂ ਇਹ ਚੀਜ਼ ਫਾਈਂਡ ਕਰਕੇ ਹਟੇ ਹਾਂ, ਇਹ ਸਾਡੇ ਕੋਲ ਕੀ ਹੈ,
ਕਿ PE ਇਹਦੀ ਰੇਸ਼ੋ ਸਾਈਡ ਦੀ ਤੇ ਇਸ ਸਾਈਡ ਦੀ ਦੋਵਾਂ ਦੀ ਰੇਸ਼ੋ ਜਿਹੜੀ ਸਾਡੇ ਕੋਲ ਅਨੁਪਾਤ ਹੈ ਦੋਵਾਂ ਦਾ ਬਰਾਬਰ ਹੁੰਦਾ ਹੈ। ਸੋ ਹੁਣ ਅਸੀਂ ਆਪਣੀ ਪੂਰੀ ਤ੍ਰੈਭੁਜ ਲਵਾਂਗੇ PQR, ਤ੍ਰੈਭੁਜ PQR ਵਿੱਚ। ਸੋ ਇਹ ਦਿੱਤੀ ਗਈ ਸਾਡੇ ਕੋਲ ਸਾਡੀ ਤ੍ਰੈਭੁਜ ਜਿਹੜੀ ਹੈ ਉਹ PQ ਅਤੇ R। ਸੋ ਜਿਸ ਦੇ ਵਿੱਚ ਸਾਡੇ ਕੋਲ ਸਾਈਡ ਦਿੱਤੀ ਗਈ ਹੈ EF। ਸੋ ਹੁਣ ਦੇਖੋ ਸਾਡੇ ਕੋਲ ਜੋ ਅਸੀਂ ਸਿੱਧ ਕੀਤਾ ਹੈ PE/EQ, PE/EQ, PF/FR। ਇਹ ਤਾਂ ਸਾਡੇ ਕੋਲ ਇੱਕ ਥੀਲਜ਼ ਥਿਊਰਮ ਹੈ ਜਿਹੜੀ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਵੀ ਅਸੀਂ ਕਿਸੇ ਤ੍ਰੈਭੁਜ ਦੀ ਇੱਕ ਭੁਜਾ ਦੇ ਸਮਾਂਤਰ ਕੋਈ ਭੁਜਾ ਖਿੱਚਦੇ ਹਾਂ, ਜਿਸ ਤਰ੍ਹਾਂ ਦੇਖੋ QR ਦੇ ਸਮਾਂਤਰ ਕਿਹੜੀ ਹੈ EF, ਖਿੱਚਦੇ ਹਾਂ ਤਾਂ ਉਹ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ, ਮਤਲਬ ਕਿ ਇਹਨਾਂ ਨੂੰ ਇਕੁਅਲ ਪ੍ਰਪੋਰਸ਼ਨ ਦੇ ਵਿੱਚ ਜਿਹੜਾ ਕਿ ਉਹ ਵੰਡੇਗੀ। ਸੋ ਇਹ ਤਾਂ ਹੋ ਗਈ ਥੀਲਜ਼ ਥਿਊਰਮ। ਥੀਲਜ਼ ਥਿਊਰਮ ਦਾ ਉਲਟ ਕੀ ਹੈ? ਉਸ ਦਾ ਉਲਟ ਹੈ ਕਿ ਜਦੋਂ ਦੋ ਰੇਖਾਵਾਂ ਜਿਹੜੀਆਂ ਨੇ ਉਹ ਸਮਾਨ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ ਤਾਂ ਜਿਹੜੀ ਵੀ ਰੇਖਾ ਉਹਨਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ ਉਹ ਤ੍ਰੈਭੁਜ ਦੀ ਤੀਸਰੀ ਭੁਜਾ ਦੇ ਸਮਾਨਾਂਤਰ ਹੁੰਦੀ ਹੈ। ਸੋ ਇਸ ਲਈ ਸਾਡੇ ਕੋਲ ਆ ਜਾਏਗਾ, ਔਰ ਇਸ ਨੂੰ 3 ਮੰਨ ਲਓ, 3 ਤੋਂ EF ਸਾਡੇ ਕੋਲ ਸਮਾਂਤਰ ਹੋਏਗੀ QR ਦੇ। ਸੋ ਇਹ ਸਾਡੇ ਕੋਲ ਕੀ ਹੋ ਜਾਏਗਾ? ਇਨਵਰਸ of basic proportionate theorem, मूल समान अनुपातता थ्योरम ਦਾ ਉਲਟ। ਸੋ ਧਿਆਨ ਰੱਖਣਾ ਹੈ ਇਸ ਗੱਲ ਦਾ ਤੁਸੀਂ ਕਿ ਦੋ ਥਿਊਰਮ ਸਾਡੀਆਂ ਚੱਲ ਰਹੀਆਂ ਹਨ, ਥੀਲਜ਼ ਥਿਊਰਮ ਅਤੇ ਥੀਲਜ਼ ਥਿਊਰਮ ਦਾ ਕਨਵਰਸ ਹੈ ਸਾਡੇ ਕੋਲ। ਸੋ ਇੱਕ ਤਾਂ ਸਾਨੂੰ ਇਹ ਦੱਸਦੀ ਹੈ ਕਿ ਇਹਨਾਂ ਦੀ ਸਾਡੇ ਕੋਲ ਰੇਸ਼ੋ ਜਿਹੜੀ ਹੈ ਉਹ ਬਰਾਬਰ ਹੁੰਦੀ ਹੈ ਜਦੋਂ ਸਾਡੇ ਕੋਲ ਇਹ ਦੋਵੇਂ ਸਮਾਂਤਰ ਹੋਣਗੀਆਂ। ਕਲੀਅਰ। ਦੂਸਰੀ ਸਾਡੇ ਕੋਲ ਇਹ ਹੈ ਕਿ ਜਦੋਂ ਸਾਡੇ ਕੋਲ ਇਹ ਦੋਵੇਂ ਸਮਾਂਤਰ ਹੋਣਗੀਆਂ, ਸੋ ਇਸ ਤਰ੍ਹਾਂ ਸਾਡੇ ਕੋਲ ਸਿਰਫ ਦੋ ਥਿਊਰਮ ਆਉਂਦੀਆਂ ਹਨ, ਥੀਲਜ਼ ਥਿਊਰਮ ਅਤੇ ਉਸ ਦਾ ਕਨਵਰਸ ਆਉਂਦਾ ਹੈ। ਸੋ ਥੀਲਜ਼ ਥਿਊਰਮ ਕੀ ਹੈ ਕਿ ਜਦੋਂ ਇਹ ਦੋਵੇਂ ਸਮਾਂਤਰ ਹੁੰਦੀਆਂ ਹਨ ਤਾਂ ਇਹਨਾਂ ਭੁਜਾਵਾਂ ਦਾ ਅਨੁਪਾਤ ਜਿਹੜਾ ਉਹ ਬਰਾਬਰ ਹੁੰਦਾ ਹੈ, ਜੋ ਅਸੀਂ ਇੱਥੇ ਪਹਿਲਾਂ ਸਿੱਧ ਕਰ ਲਿਆ। ਦੂਸਰੀ ਹੈ ਕਿ ਜਦੋਂ ਇਹਨਾਂ ਦਾ ਅਨੁਪਾਤ ਬਰਾਬਰ ਹੁੰਦਾ ਤਾਂ ਇਹ ਜਿਹੜੀਆਂ ਭੁਜਾਵਾਂ ਨੇ ਆਪਸ ਵਿੱਚ ਸਮਾਨਾਂਤਰ ਹੁੰਦੀਆਂ, ਜੋ ਅਸੀਂ ਇਸ ਕੁਐਸਚਨ ਦੇ ਵਿੱਚ ਸਿੱਧ ਕੀਤਾ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਕੁਐਸਚਨ 5th ਹੈ ਸਾਡਾ ਉਹ ਸਮਝ ਲੱਗ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਲੈਕਚਰ ਨੂੰ ਜਿਹੜਾ ਕਿ ਆਪਾਂ ਡਿਲੀਵਰ ਕਰਨਾ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਦੀ ਜਿਹੜੀ ਹੈਲਪ ਹੈ ਜਾਂ ਸਹਾਇਤਾ ਹੈ ਉਹ ਕਰ ਸਕੀਏ। ਸੋ ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।